ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ। ਲਗਾਤਾਰ ਕਿਸਾਨੀ ਅੰਦੋਲਨ ਦੇ ਦਰਮਿਆਨ ਟੂਲ ਕਿੱਟ ਦਾ ਮਾਮਲਾ ਸੁਰਖੀਆਂ ਵਟੋਰਦਾ ਜਾ ਰਿਹਾ ਹੈ। ਟੂਲ ਕਿੱਟ ਮਾਮਲੇ ਦੇ ਵਿੱਚ ਬੀਤੇ ਦਿਨੀ ਇੱਕ ਗ੍ਰਿਫਤਾਰੀ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਦਿਸ਼ਾ ਰਵੀ ਦੇ ਜ਼ਮਾਨਤ ਦੇ ਲਈ ਉਸਨੂੰ ਰਿਹਾ ਕਰਨ ਦੀ ਮੰਗ ਉੱਠੀ ਹੈ, ਜਿਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਖੁਲਾਸੇ 26 ਜਨਵਰੀ ਨੂੰ ਲੈ ਕੇ ਕੀਤੇ ਨੇ ਤੇ ਨਾਲ ਹੀ ਟੂਲ ਕਿੱਟ ਮਾਮਲੇ ਦੇ ਵਿੱਚ ਵੀ ਖਾਸ ਤੌਰ ਤੇ ਉੱਤੇ ਦਿੱਲੀ ਪੁਲਿਸ ਨੇ ਗੱਲਬਾਤ ਕੀਤੀ है। 4 फरवरी 2021 को सोशल मीडिया मॉनिटरिंग के दौरान एक गूगल डॉक्यूमेंट टूल किट के बारे में पता लगा, जो ट्विटर पर शेयर किया गया था। इस टूल किट के एक भाग में प्रायर एक्शन के नाम से कुछ एक्शन पॉइंट्स लिखे थे, जैसे 26 जनवरी और उससे पहले हैशटैग के द्वारा डिजिटल स्ट्राइक करना, 23 जनवरी से ट्वीट स्टॉर्म शुरू करना, 26 जनवरी को फिजिकल एक्शन। इसी डॉक्यूमेंट के दूसरे भाग में भारत के सांस्कृतिक धरोहर जैसे योग और चाय को हानि पहुँचाना और भारतीय दूतावास को टारगेट करने जैसे कार्य उल्लिखित है। इस टूल किट में दिए गए समयबद्ध एक्शन पॉइंट और कार्यक्रम को जब दिल्ली में घटित वास्तविक घटनाक्रम के परिप्रेक्ष्य में देखा गया तो बात प्रत्यक्ष रूप से दिखी कि दिए गए एक्शन प्लान को हुबहू निष्पादित किया गया और अमल में लाया गया। नॉन गवर्नमेंटल ऑर्गेनाइजेशंस, मीडिया हाउसेस जो हमारे यहाँ के सबके संज्ञान में है, उनको फॉलो करने की बात करें। उन्हीं के बीच में एक अटपटा सा नाम लिखेगा आपको, दैट इज पीटर फ्रेडरिक। सो अब आपका सवाल ये है कि पीटर फ्रेडरिक साहब कौन है? तो इंडियन सिक्योरिटी एस्टैब्लिशमेंट इनको जानता है 2005-6 साल से। इनका नाम उभरा था एक भजन सिंह बिंडर साहब है, BS बिंडर एलियस इकबाल चौधरी, जो ISI के केटोडस के बहुत पुराने प्रोकुरेंट हैं, उनके साथी होने की वजह से इनका नाम 2006-7 से इंडियन सिक्योरिटी एजेंसीज के रडार पे रहा है। पीटर फ्रेडरिक साहब कई सारे ऑर्गेनाइजेशंस चलाते हैं BS बिंडर साहब के साथ, और BS बिंडर साहब खुद पहले कभी ड्रग्स की स्मगलिंग के लिए, कभी फायर आर्म की पेडलिंग के लिए काफ़ी लंबा इनका इतिहास था। एट वन पॉइंट ऑफ टाइम USDA के भी एक UI को कहे थे BS बिंडर। खुद को कभी मलेशिया का बताते हैं, कभी बाकी कंट्रीज़ का बताते हैं। अब प्रश्न सिर्फ ये है कि पीटर फ्रेडरिक का नाम एज अ रिसोर्स पर्सन इस पर्टिकुलर टूल किट में क्यों डाला गया? क्या ये वो तालिबान के कहने पर डाला गया, या दिशा लिखिता एंड बाकी सबका इनसे कोई डायरेक्ट कनेक्शन भी है, एंड थ्रू इनके BS बिल्डर से कोई डायरेक्ट कनेक्शन है? सो दैट इज अ मैटर ऑफ इन्वेस्टिगेशन which we expect to find out in the coming days। ਉਧਰ ਨੌਦੀਪ ਕੌਰ ਦੇ ਮਾਮਲੇ ਦੇ ਵਿੱਚ ਵੀ ਲਗਾਤਾਰ ਸਿਆਸੀ ਬਿਆਨ ਸਾਹਮਣੇ ਆ ਰਹੇ ਨੇ। ਦੱਸੀਏ ਕਿ ਨੌਦੀਪ ਕੌਰ ਨੂੰ ਇੱਕ ਹੋਰ ਮਾਮਲੇ ਦੇ ਵਿੱਚੋਂ ਜ਼ਮਾਨਤ ਮਿਲ ਚੁੱਕੀ ਹੈ। ਲਗਾਤਾਰ ਨੌਦੀਪ ਕੌਰ ਦੇ ਕੇਸਾਂ ਦੀ ਸੁਣਵਾਈ ਹੁੰਦੀ ਜਾ ਰਹੀ ਹੈ। 2 ਕੇਸਾਂ ਦੇ ਵਿੱਚ ਨੌਦੀਪ ਕੌਰ ਦੀ ਜ਼ਮਾਨਤ ਅਰਜੀ ਮਨਜ਼ੂਰ ਹੋ ਚੁੱਕੀ ਹੈ। ਦੱਸਦੀਏ ਕਿ ਇਸ ਗੱਲ ਦਾ ਖੁਲਾਸਾ ਖੁਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ, ਜਿਨ੍ਹਾਂ ਦਾ ਕਹਿਣਾ ਹੈ ਕਿ ਨੌਦੀਪ ਨੂੰ ਜਲਦ ਹੀ ਜ਼ਮਾਨਤ ਦੇ ਉੱਤੇ ਬਾਹਰ ਲੈ ਕੇ ਆਵਾਂਗੇ ਤੇ ਲਗਾਤਾਰ ਹੋ ਰਹੀਆਂ ਜ਼ਮਾਨਤਾਂ ਇਸ ਗੱਲ ਦਾ ਸਬੂਤ ਨੇ। ਇਸ ਉੱਤੇ ਕੀ ਕਹਿ ਰਹੇ ਨੇ ਮਨਜਿੰਦਰ ਸਿਰਸਾ, ਸੁਣਦੇ ਹਾਂ। ਨੌਦੀਪ ਕੌਰ ਦੀ ਅੱਜ ਦੂਜੇ ਕੇਸ ਤੋਂ ਵੀ ਜ਼ਮਾਨਤ ਹੋ ਗਈ। FIR ਨੰਬਰ 26 ਜੋ ਕਿ 2021 ਦੀ ਸੀ, ਜਿਸ ਦੇ ਅੰਦਰ ਉਹਦੀ ਅੱਜ ਜ਼ਮਾਨਤ ਲੱਗੀ ਹੋਈ ਸੀ। ਸੈਸ਼ਨ ਕੋਰਟ ਨੇ ਉਹ ਵੀ ਉਹਦੀ ਜ਼ਮਾਨਤ ਐਕਸੈਪਟ ਕਰ ਲਈ। ਜਤਿੰਦਰ ਕੁਮਾਰ ਜੀ ਉਹਨਾਂ ਦੇ ਐਡਵੋਕੇਟ ਅੱਜ ਅਪੀਅਰ ਹੋਏ ਸੀ, ਔਰ ਹੁਣ ਨੌਦੀਪ ਕੌਰ ਦੀ ਇੱਕ ਬੇਲ ਮੈਟਰ ਜਿਹੜਾ ਹੈ FIR ਨੰਬਰ 25 ਜਿਹੜੀ ਕਿ ਕੱਲ ਹਾਈ ਕੋਰਟ ਹੀਅਰਿੰਗ 'ਚ ਮੋਸਟ ਪ੍ਰੋਬਬਲੀ ਆਊਗੀ। ਅੱਜ ਉਹ ਵੀ ਸਾਡੀ ਹਾਈ ਕੋਰਟ ਨੇ ਐਪਲੀਕੇਸ਼ਨ ਐਕਸੈਪਟ ਕਰ ਲਈ ਆ, ਔਰ ਮੈਕਸਿਮਮ ਕੱਲ ਆ ਜਾਏਗੀ, ਨਹੀਂ ਤਾਂ ਪਰਸੋਂ ਆਏਗੀ। ਔਰ ਪਰਸੋਂ ਮਹਾਰਾਜ ਨੇ ਕਿਰਪਾ ਰੱਖੀ ਤੇ ਉਸ ਦੇ ਅੰਦਰ ਵੀ ਜ਼ਮਾਨਤ ਹੋਏਗੀ, ਔਰ ਫਿਰ ਨੌਦੀਪ ਕੌਰ ਕਰਨਾਲ ਜੇਲ੍ਹ ਤੋਂ ਬਹੁਤ ਜਲਦੀ ਰਿਹਾ ਹੋਊਗੀ। ਸਾਡੇ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਖਬਰ ਆ ਕਿ ਨੌਦੀਪ ਕੌਰ ਦੇ ਕੇਸ ਦੀ ਅਪਡੇਟ ਆ ਕਿ ਜਿਹੜੀ ਦੂਜੀ FIR ਸੀ ਉਹਦੇ 'ਚੋਂ ਵੀ ਅੱਜ ਉਹਦੀ ਜ਼ਮਾਨਤ ਹੋ ਗਈ, ਔਰ ਹੁਣ ਤੀਜੀ FIR ਦੀ ਜ਼ਮਾਨਤ ਜਿਹੜੀ ਆ ਪੰਜਾਬ ਅਤੇ ਹਰਿਆਣਾ ਕੋਰਟ ਨੇ ਉਹ ਅੱਜ ਐਪਲੀਕੇਸ਼ਨ ਉੱਤੇ ਐਕਸੈਪਟ ਹੋ ਗਈ ਆ, ਔਰ ਕੱਲ ਨਹੀਂ ਤੇ ਪਰਸੋਂ ਹੀਅਰਿੰਗ 'ਚ ਆਊਗੀ, ਔਰ ਨੌਦੀਪ ਕੌਰ ਬਹੁਤ ਜਲਦੀ ਸਾਡੇ ਵਿੱਚ ਆਊਗੀ। ਇਹ ਸਾਰੀ ਅਪਡੇਟ ਦੇਣੀ ਆਪ ਸੰਗਤਾਂ ਨੂੰ ਜ਼ਰੂਰੀ ਸੀ, ਸੋ ਇਹਦੇ ਮੈਸੇਜ ਆ ਰਹੇ ਸੀ। ਉਧਰ ਨੌਦੀਪ ਕੌਰ ਦੇ ਹੱਕ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚੋਂ ਵੀ ਸਿਆਸੀ ਬਿਆਨ ਆ ਰਹੇ ਨੇ, ਜਿੱਥੇ ਹੀ ਰਾਜਕੁਮਾਰ ਵੇਰਕਾ ਦਾ ਵੀ ਬਿਆਨ ਆਇਆ। ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਨੌਦੀਪ ਕੌਰ ਪੰਜਾਬ ਦੀ ਧੀ ਹੈ, ਜਿਹਦੇ ਨਾਲ ਲਗਾਤਾਰ ਧੱਕਾ ਹੋ ਰਿਹਾ ਤੇ ਜਲਦ ਤੋਂ ਜਲਦ ਉਸ ਨੂੰ ਇਨਸਾਫ ਮਿਲਣਾ ਚਾਹੀਦਾ। ਬਈ ਕੇਂਦਰ ਦੀ ਸਰਕਾਰ ਨੇ ਝੂਠੇ ਪਰਚੇ ਦਰਜ ਕਰਕੇ ਉਸ ਪੰਜਾਬ ਦੀ ਬੇਟੀ ਨੂੰ ਕਰਨਾਲ ਜੇਲ੍ਹ ਦੇ ਵਿੱਚ ਇਹ ਸੁੱਟਿਆ ਹੋਇਆ, ਔਰ ਹਾਈ ਕੋਰਟ ਤੇ ਸਾਨੂੰ ਪੂਰਾ ਭਰੋਸਾ ਹੈ
2 ਕੇਸਾਂ 'ਚ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਇੱਕ 'ਚ ਹੋਣ ਵਾਲੀ ਬਾਕੀ ਹੈ। ਔਰ ਇਹ ਜਿੰਨਾ ਵੀ ਅਧਿਕਾਰੀਆਂ ਨੇ ਇਹ ਝੂਠੇ ਪਰਚੇ ਦਰਜ ਕੀਤੇ ਹੈ ਉਹ ਡਿਸਮਿਸ ਹੋਣੇ ਚਾਹੀਦੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਔਰ ਜਿਹੜੀ ਹਰਿਆਣਾ ਸਰਕਾਰ ਹੈ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਉਹਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ। ਉਧਰ ਬਿਜਨੌਰ ਦੇ ਵਿੱਚ ਹੋਈ ਕਿਸਾਨ ਮਹਾ ਪੰਚਾਇਤ ਦੇ ਵਿੱਚ ਕਾਂਗਰਸ ਦੀ ਵੱਡੀ ਆਗੂ ਪ੍ਰਿਯੰਕਾ ਗਾਂਧੀ ਨਜ਼ਰ ਆਈ ਨੇ। ਪ੍ਰਿਯੰਕਾ ਗਾਂਧੀ ਨੇ ਇਸ ਮੌਕੇ ਦੇ ਉੱਤੇ ਭਾਜਪਾ ਦੇ ਉੱਤੇ ਸਿਆਸੀ ਹਮਲੇ ਕਰਦਿਆਂ ਕਿਹਾ ਹੈ ਕਿ ਭਾਜਪਾ ਕਿਸਾਨਾਂ ਨੂੰ ਨਹੀਂ ਸਮਝ ਰਹੀ ਅਤੇ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਹਰ ਵਕਤ ਕਿਸਾਨਾਂ ਦੇ ਨਾਲ ਹਾਂ ਤੇ ਕਿਸਾਨਾਂ ਦੀ ਹਰ ਇੱਕ ਮੰਗ ਅਤੇ ਉਹਨਾਂ ਦੀ ਹਰ ਇੱਕ ਐਲਾਨ ਦੇ ਵਿੱਚ ਅਸੀਂ ਸਾਥ ਦੇਵਾਂਗੇ। कि आप पीछे नहीं हटेंगे, कि आप अपने अधिकारों के लिए लड़ेंगे और इस लड़ाई में कांग्रेस पार्टी का एक एक कार्यकर्ता आपके साथ खड़ा रहेगा। इस लड़ाई में हम आपके साथ हैं। मेरे भाई राहुल गांधी जी आपके साथ हैं, जिन्होंने संसद में किसानों की बात की, जिन्होंने संसद में कहा कि 2 मिनट मौन आप किसान के लिए रखिए जो शहीद हुआ है। और जितने भी सरकारी नेता थे, जो सरकार के नेता थे, सब अपनी जगह बैठे रहे, मजाक उड़ाते रहे, लेकिन विपक्ष का एक एक सांसद खड़ा हुआ और 2 मिनट का मौन उन्होंने रखा। राहुल गांधी आपके साथ है, कांग्रेस पार्टी का एक एक नेता आपके साथ है, एक एक कार्यकर्ता आपके साथ है। और मैं आपको आज यहाँ ये कहने आई हूँ कि मैं आपका साथ नहीं छोड़ूंगी। जब जब आप संकट में होंगे मैं आपके पास आऊंगी। और मेरी जान, मेरा धर्म आप है। ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਦਿਸ਼ਾ ਰਵੀ ਦੇ ਹੱਕ ਦੇ ਵਿੱਚ ਹੁਣ ਸਿਆਸੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਲਗਾਏ ਗਏ ਰਾਘਵ ਚੱਡਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਨ੍ਹਾਂ ਨੇ ਦਿਸ਼ਾ ਰਵੀ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਤੇ ਨਾਲ ਹੀ ਭਾਜਪਾ ਸਰਕਾਰ ਦੇ ਉੱਤੇ ਕਰੜੇ ਸ਼ਬਦੀ ਵਾਰ ਕੀਤੇ ਨੇ। आज आम आदमी पार्टी देश के सारे युवाओं से अपील करती है कि आप एकजुट हो जाइए और मिलकर एक स्वर में भारतीय जनता पार्टी की जो कोशिशें हैं इस देश में लोकतंत्र को समाप्त करने की, डिसेंट को सप्रेस करने की, उसके खिलाफ आवाज बुलंद करिए। हम अपील करते हैं आज देश के युवाओं को, द यूथ ऑफ इंडिया को, कि आप एक स्वर में साथ आकर और स्ट्रांग तरीके से, मजबूती से भाजपा सरकार को जवाब दें और उन्हें अपनी ताकत का एहसास दिलाएं। आज हम इस लोकतंत्र में बाबा साहब द्वारा दिए गए संविधान जिस देश में लागू है, इस देश में हर व्यक्ति को शांतिपूर्ण तरीके से विरोध दर्ज कराने की आज़ादी है। लेकिन आज एक 21 साल की बच्ची, एक 21 साल की भारत की बेटी दिशा रवि को अरेस्ट कर भाजपा सरकार ने ये दिखा दिया है कि ये सरकार कितनी डरी हुई है, कितनी घबराई हुई है, जो एक 21 साल की बालिका से डरती है, घबराती है, उसे अरेस्ट कर लेती है। क्या हमारा भारत इतना कमज़ोर है? क्या भारत के प्रधानमंत्री, प्रचंड बहुमत की सरकार भारतीय जनता पार्टी की इतनी कमज़ोर है कि वो एक 21 साल की भारत की बेटी से डर गए और 21 साल की भारत की बेटी को इसलिए अरेस्ट कर लिया क्योंकि वो 3 काले कानूनों का विरोध कर रही थी? आज ये दिन देखना पड़ेगा इस देश को। ਉਧਰ ਨਵਦੀਪ ਕੌਰ ਅਤੇ ਦਿਸ਼ਾ ਰਵੀ ਦੇ ਹੱਕ ਦੇ ਵਿੱਚ ਵਿਦਿਆਰਥੀ ਸੰਗਠਨ ਆ ਚੁੱਕੇ ਨੇ। ਦਿੱਲੀ ਦੇ ਵਿੱਚ ਇਹਨਾਂ ਵਿਦਿਆਰਥੀ ਸੰਗਠਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਦੱਸਦੀ ਹੈ ਕਿ ਪੰਜਾਬ ਭਵਨ ਅਤੇ ਹਰਿਆਣਾ ਭਵਨ ਦੇ ਵੱਲ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਜਾਇਆ ਜਾਣਾ ਸੀ, ਜਿੱਥੇ ਜਾਣ ਤੋਂ ਪਹਿਲਾਂ ਹੀ ਇਹਨਾਂ ਵਿਦਿਆਰਥੀਆਂ ਨੂੰ ਰੋਕ ਲਿੱਤਾ ਗਿਆ। ਦੱਸਦੀ ਹੈ ਕਿ ਦਿੱਲੀ ਦੇ ਵਿਦਿਆਰਥੀਆਂ ਦਾ ਇਹ ਸੰਗਠਨ ਦੱਸਿਆ ਜਾ ਰਿਹਾ ਹੈ। ਇਸ ਸੰਗਠਨ ਨੂੰ ਪਹਿਲਾਂ ਹੀ ਪੁਲਿਸ ਕਰਮਚਾਰੀਆਂ ਦੇ ਵੱਲੋਂ ਬੈਰੀਕੇਡਿੰਗ ਲਾ ਕੇ ਰੋਕ ਲਿਆ ਗਿਆ ਸੀ, ਜਿੱਥੇ ਇਹਨਾਂ ਨੇ ਆਪਣਾ ਪ੍ਰਦਰਸ਼ਨ ਜ਼ਾਹਰ ਕੀਤਾ ਅਤੇ नवदीप कौर ते दिशा रवि दी जमानत की मांग रखी है। यहाँ हम लोग हरियाणा भवन पे इसलिए आए हैं
कि आप सबको पता होगा कि पिछले 1 महीने से नवदीप कौर और शिव कुमार, जो किसान आंदोलन के समर्थन में सिंगू बॉर्डर पे किसानों के साथ आंदोलन में शामिल थे, इन लोगों को बिना कोई आरोप के, बिना कोई तथ्यगत आरोप के इन लोगों को उठा लिया गया और आज तक उनको जेल में बंद करके रखा हुआ है। पूरे देश और पूरे दुनिया में ये सवाल खड़ा हो रहा है कि इस तरह से छात्र युवाओं को दबाना नहीं चलेगा। ये शेमफुल है हमारे दिल्ली सरकार, देश की सरकार और हरियाणा सरकार के लिए। पुलिस के कस्टडी के अंदर उसके साथ वायलेंस हो रहा है। हम उसी के खिलाफ आज यहाँ आए हैं और हम ये मांग करते हैं कि नवदीप कौर को अविलंब रिहा करना होगा, शिव कुमार को अविलंब रिहा करना होगा और किसान आंदोलन के समर्थन में देश और दुनिया की जो हस्तियां सामने आई हैं उन पे भी दमन बढ़ा है। हमने देखा कि कल किस तरह से एक पर्यावरण कार्यकर्ता को कल बेंगलुरु पुलिस ने उठाई है। हम उसका भी घोर निंदा करते हैं अपने इस प्रोटेस्ट से और ये मांग करते हैं कि उसकी भी रिहाई हो और किसानों की आवाज को सुना जाए, तीनों कृषि बिल वापस लिया जाए। इसी डिमांड के साथ हम आ जाए। ਉਧਰ ਤੇਲ ਅਤੇ ਡੀਜ਼ਲ ਦੇ ਸਮੇਤ ਘਰੇਲੂ ਗੈਸ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂੰਹਦੀਆਂ ਜਾ ਰਹੀਆਂ ਨੇ। ਇਹਨਾਂ ਕੀਮਤਾਂ ਦੇ ਵਧਣ ਦੇ ਨਾਲ ਆਮ ਵਿਅਕਤੀ ਦੀ ਜੇਬ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀਮਤਾਂ ਹੋਰ ਵੱਧ ਸਕਦੀਆਂ ਨੇ, ਜਿਸ ਨੂੰ ਲੈ ਕੇ ਆਮ ਵਰਗ ਦੇ ਨਾਲ ਹਰ ਇੱਕ ਵਰਗ ਚਿੰਤਾ ਦੇ ਵਿੱਚ ਹੈ। ਕਿਉਂਕਿ ਜੇਕਰ ਪੈਟਰੋਲ ਦੀ ਕੀਮਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੀ ਇਹ ਪੈਟਰੋਲ ਦੀਆਂ ਕੀਮਤਾਂ 90 ਤੋਂ ਪਾਰ ਹੋ ਚੁੱਕੀਆਂ ਨੇ ਤੇ ਉਧਰ ਘਰੇਲੂ ਗੈਸ ਦੀ ਮਹਿੰਗਾਈ ਵੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਾਂਗਰਸ ਦੇ ਵੱਡੇ ਆਗੂਆਂ ਦੇ ਵੱਲੋਂ ਕੀਤੀ ਗਈ ਹੈ। ਇਹਨਾਂ ਆਗੂਆਂ ਦੇ ਵੱਲੋਂ ਸਿਲੰਡਰ ਰੱਖ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਆਖਿਆ ਗਿਆ ਕਿ ਮਹਿੰਗਾਈ ਹੁਣ ਸਿਰ ਤੋਂ ਪਾਰ ਹੁੰਦੀ ਜਾ ਰਹੀ ਹੈ। ਸੜਕ ਦੇ ਉੱਤੇ ਬੈਠ ਕੇ ਪ੍ਰਦਰਸ਼ਨ ਕਰਨ ਵਾਲੇ ਹੁਣ ਕਿੱਥੇ ਨੇ। मैं सबसे पहले तो मोदी जी को और उनकी तमाम महिला नेत्रियों को ये याद दिलाना चाहती हूँ कि सरकार बनने से 7 साल पहले यही सिलेंडर को लेकर आप सड़कों पर उतरते थे। आज आप कहाँ हैं? 175 रुपये पिछले 2 महीने में ये दाम बढ़ गए हैं सिलेंडर के। जो 594 का सिलेंडर था आज 769 का बिक रहा है। फरवरी में आपने 4 तारीख को दाम बढ़ाया, 15 को बढ़ाया, दिसंबर में 2 बार बढ़ाया। आप किस तरह की अनैतिकता कर रहे हैं? और आप ये करने पर मजबूर नहीं है, आप मुनाफाखोरी कर रहे हैं, इसलिए आप ये कर रहे हैं। आपने एक्साइज ड्यूटी पर 24 लाख करोड़ रुपए कमा लिए। अब तो आम जनता को थोड़ी राहत दीजिए। आपने एक्साइज ड्यूटी डीजल पर हमारी सरकार के दौरान 3.5 रुपए की थी, उसको 33 रुपए कर दिया। हमारी सरकार के दौरान एक्साइज ड्यूटी पेट्रोल पर 9 रुपए की थी, उसको 32 रुपए कर दिया। इसी को वापस ले लीजिए तो लोगों के अंदर राहत आ जाएगी। आप ऐसा नहीं कर रहे हैं और उसी का परिणाम है कि लॉकडाउन में देश में 100 पूंजीपतियों की आय इतनी बढ़ी है जिससे कि 14 करोड़ भारतीयों को 94,000 रुपए प्रति व्यक्ति दिया जा सकता है। इस खाई को बढ़ाने वाले आप हैं, क्योंकि हम दो और हमारे दो की सरकार आप चलाते हैं। इसके बारे में जब हम रणनीति बनाएंगे और जब फाइनल डिसीजन होगा आपको कन्वे किया जाएगा। मुझे लगता है किसान अभी तक बहुत ही गांधीवादी तरीके से और शांतिपूर्ण तरीके से अपना प्रदर्शन कर रहे हैं। 200 लगभग किसानों की शहादत हो चुकी है और मोदी जी की आंख उनके बारे में नम नहीं होती है। एक शब्द श्रद्धांजलि का, संवेदना का, सहानुभूति का उनके परिवारों के बारे में नहीं निकलता है। पंजाब इस वेले दे विच फिलहाल दे लई इन्ना ही। फिर मुड़ हासिल हुन्ने आ नवीं ते ताज़ा खबरां दे नाल। तद तक लई मैनूं दिओ इजाज़त। बहुत बहुत धन्नवाद।